ਇਹ ਜੇ ਖਡਿਆਲ ਸਾਹਿਬ ਇਹ ਗੱਲ ਕਰਨ ਜਾਂ ਕਲੇਰ ਸਾਹਿਬ ਇਹ ਗੱਲ ਕਰਨ, ਇਹਨਾਂ ਨੂੰ ਜੱਚਦੀ ਨਹੀਂ ਹੈ। ਲੋਕਾਂ ਨੂੰ ਅਸੀਂ ਜਵਾਬ ਦੇ ਆ, ਅਸੀਂ ਵਾਅਦਾ ਕੀਤਾ ਆ, ਉਹਦਾ ਮਤਲਬ ਇਹ ਆ ਵੀ ਛੇਤੀ ਛੇਤੀ ਕਰਨ ਦਾ, ਅਸੀਂ ਉੱਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਾ ਕਿ ਲੀਗਲ ਚੀਜ਼ਾਂ 'ਚ ਦੇਰੀ ਹੋ ਜਾਂਦੀ ਆ। ਖਡਿਆਲ ਸਾਹਿਬ ਤੇ ਕਲੇਰ ਸਾਹਿਬ ਨੂੰ ਮੈਂ ਦੱਸ ਰਿਹਾ ਨਾ, ਖਡਿਆਲ ਸਾਹਿਬ ਤੇ ਕਲੇਰ ਸਾਹਿਬ ਨੂੰ ਚੰਗੀ ਤਰ੍ਹਾਂ ਪਤਾ ਆ, ਚੰਗੀ ਤਰ੍ਹਾਂ ਪਤਾ ਕੋਈ ਕੇਸ ਚੱਲਦਾ, ਦੂਸਰਾ ਬੰਦਾ ਹਾਈ ਕੋਰਟ ਜਾਂਦਾ ਜੀ ਮੇਰਾ ਕੇਸ ਦਾ ਨਿਪਟਾਰਾ ਨਹੀਂ ਕਰ ਰਹੇ। ਹਾਈ ਕੋਰਟ ਕਹਿ ਦਿੰਦੀ ਆ ਕਿ 2 ਮਹੀਨੇ ਦੇ ਵਿੱਚ ਕੇਸ ਦਾ ਨਿਪਟਾਰਾ ਕਰੂਗੀ ਅਦਾਲਤ, ਹੁਕਮ ਕਰ ਦਿੰਦੀ ਆ। ਉਹਨੂੰ ਫਿਰ 3 ਮਹੀਨੇ ਵੀ ਲੱਗ ਜਾਂਦੇ, ਕਈ ਵਾਰੀ 4 ਮਹੀਨੇ ਵੀ ਲੱਗ ਜਾਂਦੇ ਆ, 6 ਮਹੀਨੇ ਵੀ ਲੱਗ ਜਾਂਦੇ। ਸਾਡਾ ਪ੍ਰੋਸੈਸ ਇਹੋ ਜਿਹਾ ਆ ਬਰਾੜ ਸਾਹਿਬ, ਇਹਦੇ 'ਚ ਸਾਡੀ ਕੋਈ ਮੰਦ ਭਾਵਨਾ ਨਹੀਂ ਹੈ। ਅਸੀਂ ਕੋਈ ਇਹ ਨਹੀਂ ਹੈ ਕਿ ਉਹ ਕਹਿ ਕੇ ਤਾਂ ਅਸੀਂ ਚੀਜ਼ਾਂ ਨੂੰ ਟੱਚ ਹੀ ਨਹੀਂ ਕੀਤਾ ਜਿੱਦਾਂ ਕਾਂਗਰਸ ਨੇ ਕੀਤਾ ਆ। ਮੈਨੂੰ ਖਡਿਆਲ ਸਾਹਿਬ ਜਵਾਬ ਦੇ ਦੇਣ, ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਕਈਆਂ ਨੂੰ ਟੱਚ ਵੀ ਨਹੀਂ ਕੀਤਾ, ਕੋਸ਼ਿਸ਼ ਵੀ ਨਹੀਂ ਕੀਤੀ। ਜਿਹੜੀ ਇਹ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਇਲਜ਼ਾਮ ਲਾਉਂਦੇ ਆ ਸਿਰਫ ਪ੍ਰਚਾਰ ਕਰਨ ਜਾਣ ਤੇ ਹੀ, ਤੇ ਇਹਨਾਂ ਦੇ ਮੁੱਖ ਮੰਤਰੀ ਤਾਂ ਮਹਿਲ ਚੋਂ ਨਹੀਂ ਨਿਕਲੇ। ਦੂਜੇ ਹੁਣ ਯੂਐਸਏ ਤੋਂ ਅਮਰੀਕਾ ਤੋਂ ਵਾਪਸ ਹੀ ਨਹੀਂ ਆ ਰਹੇ। ਦੂਜੇ ਮੁੱਖ ਮੰਤਰੀ ਨੂੰ ਅਮਰੀਕਾ ਤੋਂ ਵਾਪਸ ਸੱਦ ਲਓ ਯਾਰ। ਛੋਟਾ ਜਿਹਾ ਜਵਾਬ ਲੈ ਲਾਂ ਖਡਿਆਲ ਸਾਹਿਬ ਤੋਂ ਕਿ ਇਹੀ ਦਾਅਵੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੱਤਾ ਚ ਆਉਣ ਤੋਂ ਪਹਿਲਾਂ ਕੀਤੇ ਸੀ, ਪਰ 5 ਸਾਲ ਇਨਸਾਫ ਉੱਥੇ ਵੀ ਨਹੀਂ ਮਿਲਿਆ ਖਡਿਆਲ ਸਾਹਿਬ। ਤੇ ਤਾਂ ਹੀ ਕਰਕੇ ਅਕਾਊਂਟੇਬਿਲਿਟੀ ਫਿਕਸ ਕੀਤੀ ਕੈਪਟਨ ਸਾਹਿਬ ਦੀ। ਚੀਫ ਮਿਨਿਸਟਰ ਨੂੰ ਉਤਾਰਿਆ ਗਿਆ, ਉਹਨਾਂ ਨੂੰ ਰਿਪਲੇਸ ਕੀਤਾ ਗਿਆ। ਅੱਜ ਉਹ ਸਾਡੀ ਪਾਰਟੀ 'ਚ ਨਹੀਂ ਨੇ। ਇਹੀ ਤਾਂ ਕਹਿੰਦੇ ਆ ਵੀ ਜੇ ਵਾਕਈ ਚਾਹੁੰਦੇ ਹੋ ਇਹਦਾ ਸਮਾਧਾਨ ਹੋਵੇ ਤਾਂ ਅਕਾਊਂਟੇਬਿਲਿਟੀ ਫਿਕਸ ਕਰਨੀ ਪਊਗੀ। ਕੋਈ ਵੀ ਐਸਾ ਤੇ ਇਹ ਜਿਹਾ ਲਾਈਟ ਬਿਆਨ ਦਿੰਦਾ ਹੈ, ਜਿਹੜੀ ਚੀਜ਼ ਹੋ ਨਹੀਂ ਸਕਦੀ, ਉਹ ਲੋਕਾਂ ਨੂੰ ਝੂਠ ਬੋਲਦਾ ਹੈ, ਆਸ਼ਵਾਸਨ ਦਿੰਦਾ ਹੈ, ਤਾਂ ਉਹਦੇ ਖਿਲਾਫ ਪਾਰਟੀ ਨੂੰ ਆਪਦੇ ਵੋਲੰਟਰੀਲੀ ਐਕਸ਼ਨ ਲੈਣਾ ਚਾਹੀਦਾ ਹੈ। ਦੇਰੀ ਹੋ ਰਹੀ ਆ, ਅਸੀਂ ਮੰਨਦੇ ਆ, ਉਹਦੇ ਲਈ ਖਿਮਾ ਦੇ ਜਾ ਕੇ ਪਰ ਅਸੀਂ ਕਰਾਂਗੇ। ਤੁਸੀਂ ਚਾਹ ਰਹੇ ਹੋ ਵੀ ਇਹ ਸੀਐਮ ਨੂੰ ਬਦਲ ਦੇਣ, ਇਹਦਾ ਨਿਕਲ ਗਏ ਦੂਜਾ ਮੁੱਖ ਮੰਤਰੀ ਵਾਪਸ ਹੀ ਜਾ ਰਹੇ ਨੇ, ਸੀਐਮ ਨੂੰ ਬਦਲ ਦੇ। ਜੇ 8 ਮਹੀਨਿਆਂ ਬਾਅਦ ਇਹਨਾਂ ਨੇ ਇੱਕ ਸੈਕਿੰਡ ਖਡਿਆਲ ਸਾਹਿਬ ਇਹ ਕਹਿ ਰਹੇ ਵੀ ਥੋੜਾ ਟਾਈਮ ਲੱਗ ਜਾਂਦਾ ਕਾਨੂੰਨ ਦੇ ਵਿੱਚ। ਤੁਸੀਂ ਚਾਹ ਰਹੇ ਹੋ, ਮੇਰੀ ਗੱਲ ਤੇ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਤੁਸੀਂ ਚਾਹ ਰਹੇ ਹੋ ਕਿ ਇਹ ਵੀ ਕੈਪਟਨ ਅਮਰਿੰਦਰ ਸਿੰਘ ਤਰ੍ਹਾਂ ਸੀਐਮ ਨੂੰ ਬਦਲ ਦੇਣ 8 ਮਹੀਨਿਆਂ 'ਚ? ਸੀਐਮ ਸਾਹਿਬ ਨੂੰ ਵੀ ਬਦਲਣ। ਜੇ ਸਪੀਕਰ ਸਾਹਿਬ ਨੇ 45 ਦਿਨਾਂ ਦੇ ਵਿੱਚ ਕਿਹਾ ਇਨਸਾਫ ਦਵਾਂਗੇ ਤੇ ਨਹੀਂ ਦੇ ਸਕੇ ਤਾਂ ਅਕਾਊਂਟੇਬਿਲਿਟੀ ਫਿਕਸ ਹੋਣੀ ਚਾਹੀਦੀ ਹੈ। ਤਾਂ ਹੀ ਤਾਂ ਵਾਰ-ਵਾਰ ਇਹ ਜੇ ਬਿਆਨ ਆਉਂਦੇ ਆ ਜਿਹੜੇ ਹੋ ਹੀ ਨਹੀਂ ਸਕਦੀ ਚੀਜ਼, ਜਿਹੜੀ ਲੋਕ ਉਹਦੇ ਬਾਰੇ ਕਮੈਂਟ ਕਰਦੇ ਆ, ਜਿਹੜੀ ਚੀਜ਼ ਪ੍ਰੈਕਟੀਕਲ ਨਹੀਂ ਉਹਨੂੰ ਇੰਪ੍ਰੈਕਟੀਕਲ ਤੋਂ ਖਡਿਆਲ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਖਡਿਆਲ ਸਾਹਿਬ ਜਿਹੜਾ ਤੁਸੀਂ ਮੁੱਖ ਮੰਤਰੀ ਬਦਲ ਕੇ ਦੂਜਾ ਮੁੱਖ ਮੰਤਰੀ ਲਾਇਆ ਸੀ, ਉਹਨਾਂ ਨੂੰ ਕਹਿ ਦਿਓ ਅਮਰੀਕਾ ਤੋਂ ਵਾਪਸ ਆ ਜਾਣ, ਹੁਣ ਬਹੁਤ ਹੋ ਗਿਆ। ਚਲੋ ਆ ਜਾਣਗੇ, ਉਹ ਵੀ ਆਪਦੇ ਬਿਆਨ ਕਰਦੇ ਆ। ਮੈਂ ਕਲੇਰ ਸਾਹਿਬ ਵੇਟ ਕਰ ਰਿਹਾ, ਇਹਨਾਂ ਨੇ ਕੁਝ ਐਡ ਕਰਨਾ ਤੇ ਉਹ ਕਹਿੰਦੇ ਨੇ ਕਿ ਬਦਲਾਵ ਆਪਾਂ ਦੁਨੀਆ 'ਚ ਦੇਖਣਾ ਚਾਹੁੰਦੇ ਆ। ਖਡਿਆਲ ਸਾਹਿਬ ਸੋ ਇਹ ਸ਼ੁਰੂ ਕਰਨਾ ਬਦਲਾਵ। ਬਰਾੜ ਸਾਹਿਬ ਗੱਲ ਇਹ ਹੈ, ਹੁਣ ਸੰਘੇੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਜੀ ਕੋਟਾ ਆਰਡਰ ਕਰਦੀਆਂ ਨੇ ਕਿ ਜੀ 2 ਮਹੀਨਿਆਂ ਦੇ ਵਿੱਚ ਉਹ ਹੁੰਦੀ ਹੈ ਕਿ ਪ੍ਰੈਫਰੇਬਲੀ ਵਿਦਨ 2 ਮੰਥਸ। ਉੱਥੇ ਕਦੇ ਲਿਖਿਆ ਨਹੀਂ ਹੁੰਦਾ ਕਿ 2 ਮਹੀਨਿਆਂ 'ਚ ਟ੍ਰਾਇਲ ਨਾ ਹੋਵੇ। ਪ੍ਰੈਫਰੇਬਲੀ ਮੈਂ ਆਰਡਰ ਦਿਖਾ ਦੇਣਾ, ਖਲਿਆਰ ਸਾਹਿਬ ਟਵਿਸਟ ਨਾ ਕਰੋ ਗੱਲ ਨੂੰ। ਮੈਨੂੰ ਨਾ ਸੰਘੇੜਾ ਸਾਹਿਬ ਤੁਸੀਂ ਨਾ ਵਿੱਚ ਬੋਲਣ ਦੀ ਆਦਤ ਛੱਡ ਦਿਓ। ਮੈਂ ਵਿੱਚ ਦੀ ਗੱਲ ਨਹੀਂ ਕਰਦਾ ਜੀ, ਫਿਰ ਤੁਸੀਂ ਮੈਂ ਤੁਹਾਨੂੰ ਪ੍ਰੈਫਰੇਬਲੀ ਹਮੇਸ਼ਾ ਮੈਂ ਕਲੀਅਰ ਆਰਡਰ ਦਿਖਾ ਦੇਣਾ ਤੁਹਾਨੂੰ। ਮੈਂ ਸੰਘੇੜਾ ਸਾਹਿਬ ਜੇ ਤੁਹਾਨੂੰ ਨਹੀਂ ਪਤਾ ਨਾ ਜੀ ਤਾਂ ਪਲੀਜ਼ ਸੁਣ ਲਓ। ਹਰ ਚੀਜ਼ ਤੁਹਾਨੂੰ ਨਹੀਂ ਪਤਾ ਹੋ ਸਕਦੀ, ਤੁਹਾਡਾ ਆਪਣਾ ਫੀਲਡ ਹੋ ਸਕਦਾ ਹੈ, ਤੁਸੀਂ ਹਰ ਚੀਜ਼ ਤੇ ਕਮੈਂਟ ਨਾ ਕਰਿਆ ਕਰੋ। ਔਰ ਦੂਸਰੀ ਗੱਲ, ਕਦੇ ਆਰਡਰਾਂ 'ਚ ਲਿਖਿਆ ਨਹੀਂ ਹੁੰਦਾ ਵੀ ਜੇ ਨਾ ਕੀਤਾ ਤਾਂ ਨਿਚਲਾ ਜੱਜ ਅਸਤੀਫਾ ਦੇ ਦੂਗਾ। ਬਰਾੜ ਸਾਹਿਬ ਅੱਜ ਗੱਲ ਕਿਸ ਗੱਲ ਦੀ ਹੈ? ਗੱਲ ਇਹ ਹੈਗੀ ਹੈ ਕਿ ਇਹ ਲੋਕਾਂ ਨੂੰ ਕਰਦੇ ਨੇ ਗੁੰਮਰਾਹ, ਇਹਦੇ ਤੇ ਲੈਂਦੇ ਨੇ ਵੋਟਾਂ। ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਕਿਹਾ ਸੀ 24 ਘੰਟਿਆਂ 'ਚ ਇਨਸਾਫ ਕਰ ਦਿਆਂਗੇ, ਇਨਸਾਫ ਕਰਨ ਦੀ ਮਨਸ਼ਾ ਨਹੀਂ ਸੀ, ਗੱਲ ਹੁੰਦੀ ਹੈ ਵੋਟਾਂ ਲੈਣ ਦੀ। ਜਿਵੇਂ ਬਾਕੀ ਮੁੱਦਿਆਂ ਤੇ ਲੋਕਾਂ ਨਾਲ 420 ਕੀਤੀ, ਇਹ ਵੀ ਇੱਕ ਮੁੱਦਾ। ਹੁਣ ਦੂਜਾ ਸਵਾਲ ਇਹ ਖੜਾ ਹੁੰਦਾ ਕਿ ਅੱਜ ਇਹਨਾਂ ਦੀ ਪਾਰਟੀ ਦਾ ਇੱਕ ਐਮਐਲਏ ਹੈ ਜਿਹਦੇ ਤੇ ਦੋਸ਼ ਹੈ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਕਿ ਉਹਨੇ ਇਸ ਮਸਲੇ ਤੇ ਸਿਆਸਤ ਕੀਤੀ, ਉਹ ਸਿਆਸੀ ਘੋੜਾ ਸੀ, ਸਿਆਸੀ ਰੰਜਿਸ਼ ਤਹਿਤ ਕੰਮ ਕਰ ਰਿਹਾ ਸੀ। ਅੱਜ ਉਹਦੇ ਤੇ ਐਕਸ਼ਨ ਕਾਂਗਰਸ ਦੀ ਸਰਕਾਰ ਨੇ ਨਹੀਂ ਲਿਆ, ਉਹਨੂੰ ਸੇਫ ਵਿੰਡੋ ਦਿੱਤੀ, ਉਹਨੂੰ ਜਾਣ ਦਿੱਤਾ। ਨਹੀਂ ਤਾਂ ਹਾਈ ਕੋਰਟ ਦੀ ਐਡੀ ਟਿੱਪਣੀਆਂ ਤੋਂ ਬਾਅਦ ਅਫਸਰ ਤੇ ਪਰਚਾ ਹੁੰਦਾ, ਪੈਨਸ਼ਨ ਰੁਕਦੀ, ਕਾਂਗਰਸ ਨੇ ਮਦਦ ਕੀਤੀ ਹੋ ਗਿਆ, ਇਹਨਾਂ ਨੇ ਐਮਐਲਏ ਬਣਾਇਆ। ਹੁਣ ਗੱਲ ਇਸ ਮੁੱਦੇ ਤੇ ਸਿਆਸਤ ਜਦੋਂ ਆਪਾਂ ਕਰਦੇ ਆ ਫਿਰ ਆਪਾਂ ਟਾਈਮ ਫਰੇਮ ਲੋਕਾਂ ਨੂੰ ਆਪ ਦਿੰਨੇ ਆ, ਲੋਕਾਂ ਦੀ ਆਸ ਜਗਾਨੇ ਆ, ਇਹ ਉਹਦੇ ਨਤੀਜੇ ਨੇ। ਹੁਣ ਦੇਣ ਅੱਜ ਸੰਧਵਾ ਸਾਹਿਬ ਅਸਤੀਫਾ, ਜੇ ਐਡਾ ਕਰੈਕਟਰ ਹੈ ਸਪੀਕਰ ਦਾ, ਉਹ ਕਸਟੋਡੀਅਨ ਨੇ ਵਿਧਾਨ ਸਭਾ ਦੇ ਤੇ ਗੱਲ ਕਹਿ ਕੇ ਆਏ ਨੇ ਤਾਂ ਦੇਣ ਅਸਤੀਫਾ। ਔਰ ਦੂਸਰੀ ਗੱਲ ਹੈ, ਇਹ 2015 ਦਾ ਇਸ਼ੂ ਹੈ, ਉਸ ਤੋਂ ਬਾਅਦ ਬੇਅਦਬੀਆਂ ਕੀ ਪੰਜਾਬ ਦੇ ਵਿੱਚ ਰੁਕੀਆਂ? ਕਾਂਗਰਸ ਦੇ ਰਾਜ ਤੋਂ ਇਹੀ ਹੈ ਨਾ, ਸਵਾਲ ਤੇ ਇਹੀ ਹੈ।
ਮੈਂ ਇੱਕ ਗੱਲ ਇਸੇ ਲਈ ਤੇ ਆਪਾਂ ਅੱਜ ਕਾਨੂੰਨ ਤੇ ਗੱਲ ਕਰ ਰਹੇ ਹਾਂ, ਇਸੇ ਲਈ ਤੇ ਆਪਾਂ ਬਹਿਸ ਕਰ ਰਹੇ ਹਾਂ ਜੀ। ਉਰੇ ਮੇਰੇ ਵੀਰ ਬੈਠਾ ਖੜਿਆਲ ਸਾਹਿਬ, ਇਹ ਕਹਿੰਦੇ ਕਿ ਜੀ ਕੈਪਟਨ ਸਾਹਿਬ ਨੇ ਨਹੀਂ ਕੀਤਾ, ਅਸੀਂ ਤਾਰ ਤੇ। ਮੈਂ ਯਾਦ ਕਰਾ ਦਿਆਂ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਸੀ, ਸੁੱਖੀ ਰੰਧਾਵਾ ਤੇ ਚੰਨੀ ਸਾਹਿਬ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਖੜੇ ਹੋ ਕੇ ਕਿਹਾ ਸੀ ਕਿ 2 ਦਿਨਾਂ 'ਚ ਜਿਨ੍ਹਾਂ ਨੇ ਕੀਤੀ ਹੈ ਬੇਅਦਬੀ ਹੈ, ਜਿਨ੍ਹਾਂ ਨੇ ਪਲੈਨਿੰਗ ਕੀਤੀ ਹੈ, ਦੋਸ਼ੀ ਫੜ ਦੇਾਂਗੇ। ਕੀ ਅੱਜ ਤੱਕ ਫੜੇ ਗਏ? ਉਹਦੇ ਬਾਰੇ ਕੀ ਕਹਿਣਾ? ਸੋ ਬੇਅਦਬੀਆਂ ਤੇ ਇਨਸਾਫ ਦੇਣਾ ਨਾ ਕਾਂਗਰਸ ਦੀ ਮਨਸ਼ਾ ਰਹੀ ਨਾ ਆਪ ਦੀ। ਇਹਨਾਂ ਨੇ ਇਸ ਮੁੱਦੇ ਤੇ ਰੱਜ ਕੇ ਉਹ ਅੱਜ ਪੰਜਾਬੀਆਂ ਦੇ ਸਾਹਮਣੇ ਹੈ। ਕਾਂਗਰਸ ਨੂੰ ਤਾਂ ਮਿਲੀ ਹੈ, ਹੁਣ ਆਮ ਆਦਮੀ ਪਾਰਟੀ ਦੀ ਵਾਰੀ ਹੈ। ਸੰਗਰੂਰ 'ਚ ਮਿਲ ਗਈ, ਇਹ ਗਾਹਾਂ ਮਿਲਦੀ ਹੋ ਜਾਣੀ ਹੈ, ਇਹ ਬਖਸ਼ਣਾ ਨਹੀਂ ਕਿਸੇ ਨੇ ਹੋਣਾ। ਮੈਂ ਜੈਬੰਸ ਜੀ ਆ ਰਿਹਾ ਖਿਆਲ ਸਾਹਿਬ ਆ ਰਿਹਾ ਡਾਕਟਰ ਸਾਹਿਬ ਬਸ 10 ਸੈਕਿੰਡ ਹਾਂਜੀ 10 ਸੈਕਿੰਡ ਲੈ ਰਹੇ ਹਾਂ ਬਸ। ਨਹੀਂ ਮੈਂ ਆ ਰਿਹਾ, ਤੁਸੀਂ 2 ਮਿੰਟ ਲੈ ਲਿਓ, ਮੈਂ 10 ਸੈਕਿੰਡ ਲੈ ਰਿਹਾ ਬਸ। 2 ਇਹਨਾਂ ਨੇ ਕਿਹਾ ਨਾ ਵੀ ਦੋ ਇਹਨਾਂ ਨੇ ਵੀ ਰੰਧਾਵਾ ਸਾਹਿਬ ਨੇ ਬਿਆਨ ਦਿੱਤਾ, ਚੰਨੀ ਸਾਹਿਬ ਨੇ ਬਿਆਨ ਦਿੱਤਾ ਵੀ 2 ਦਿਨਾਂ ਦੇ ਵਿੱਚ ਐਕਸ਼ਨ ਹੋਣਾ ਚਾਹੀਦਾ, ਉਹਦੇ ਬਾਵਜੂਦ ਕੁਝ ਨਹੀਂ ਹੋਇਆ। ਗਲਤ। ਉਹਨਾਂ ਨੇ ਕਿਹਾ ਸੀਗਾ ਵੀ 2 ਦਿਨਾਂ ਦੇ ਵਿੱਚ ਰਿਪੋਰਟ ਸਾਡੇ ਕੋਲੇ ਹੋਣੀ ਚਾਹੀਦੀ ਤੇ ਰਿਪੋਰਟ 2 ਦਿਨਾਂ ਦੇ ਵਿੱਚ ਆ ਗਈ। ਨਹੀਂ ਆਈ ਸੀ, ਨਹੀਂ ਆਈ ਸੀ, ਅੱਜ ਵੀ ਨਹੀਂ ਆਈ। ਉਹ ਅੱਜ ਵੀ ਨਹੀਂ ਆਈ ਬ੍ਰਦਰ ਖੜਿਆਲ ਸਾਹਿਬ, ਰਿਪੋਰਟ ਅੱਜ ਵੀ ਨਹੀਂ ਆਈ। ਸੁਣੋ, ਤੁਸੀਂ ਇਹ ਫੈਕਚੁਅਲੀ ਇਨਕਰੈਕਟ ਗੱਲ ਕਰ ਰਹੇ ਹੋ, ਰਿਪੋਰਟ ਨਹੀਂ ਆਈ ਅੱਜ ਤੱਕ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਟਾਈਮ ਤੇ ਕਿਹਾ ਸੀਗਾ ਬੇਅਦਬੀ ਮਾਮਲੇ ਦੇ ਗੁਰੂ ਸਾਹਿਬ ਤੇ ਕੋਈ ਰਾਜਨੀਤੀ ਕਰੂਗਾ ਤਾਂ ਕੁਛ ਨਾ ਰਵੇ, ਛੋਟੀਆਂ 3 ਸੀਟਾਂ। ਮੈਨੂੰ ਇਹ ਤੋਂ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ ਹੈ। ਤੇ ਸਭ ਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਦਾ ਰਿਪੋਰਟ ਜੈਵੰਤ ਸਾਹਿਬ ਨੇ ਕਿਹਾ ਇਹ ਗੱਲਾਂ 'ਚ ਨਾ ਪਾਓ, ਇਹ ਗੱਲਾਂ 'ਚ ਨਾ ਪਾਓ, ਤਾਂ ਹੀ ਅੱਜ ਰਿਪੋਰਟ ਦਰਬਾਰ ਸਾਹਿਬ ਦੀ ਵੀ ਨਹੀਂ ਆਈ। ਤੇ ਕਾਂਗਰਸ ਦਾ ਕੀ ਹਾਲ ਹੈ, ਕੈਪਟਨ ਸਾਹਿਬ ਦਾ ਕੀ ਹਾਲ ਹੈ? ਚੰਨੀ ਸਾਹਿਬ ਦਾ ਪੰਜਾਬ ਵੜਨ ਜੋਗੀ ਨਹੀਂ, ਚੰਨੀ ਸਾਹਿਬ ਦਾ ਪੰਜਾਬ ਛੱਡ ਕੇ ਭੱਜ ਗਏ ਉਸ ਤੋਂ ਬਾਅਦ। ਕੋਈ ਨਾ ਕੋਈ ਕਾਰਨ ਹੋਊਗਾ ਤਾਂ ਕਰਕੇ ਲੋਕਾਂ ਨੂੰ ਇਨਸਾਫ ਦਿੱਤਾ ਗਿਆ। ਮੈਂ ਪੁੱਛਦਾ ਜੋ ਕਾਰਨ ਕੀ ਹੈ ਜਿਹਦੇ ਕਰਕੇ ਸੈਂਟ ਪ੍ਰੈਜ਼ੀਡੈਂਟ ਸਾਹਿਬ ਨੇ ਨਹੀਂ ਦਿੱਤਾ? ਜੈਮਨ ਸਾਹਿਬ ਨੇ ਜਸਟੀਫਾਈ ਕੀਤਾ ਵੀ ਕੋਈ ਨਾ ਕੋਈ ਰੀਜ਼ਨ ਹੋਊਗਾ, ਕੋਈ ਨਾ ਕੋਈ ਫੈਕਟਰ ਹੋਊਗਾ। ਉਹ ਦੱਸਣ ਜੈਮਨ ਸਾਹਿਬ ਵੀ ਕੀ ਕਾਰਨ ਹੈ, ਰਿਜੈਕਟ ਕਿਉਂ ਹੋ ਰਿਹਾ ਹੈ, ਸੈਂਟ ਕਿਉਂ ਨਹੀਂ ਦਿੱਤਾ ਜਾ ਰਿਹਾ? ਤਾਂ ਇਹਦਾ ਜਵਾਬ ਦਿਓ। ਚਲੋ ਉਹ ਤਾਂ ਕਹਿੰਦੇ ਵੀ ਮੇਰੀ ਨੌਲੇਜ 'ਚ ਨਹੀਂ ਹੈ, ਨਾ ਮੈਂ ਗ੍ਰਹਿ ਮੰਤਰੀ ਦੇ ਕੋਲ ਬੈਠਾ ਨਾ ਰਾਸ਼ਟਰਪਤੀ ਭਵਨ ਬੈਠੇ ਹੋ, ਤਾਂ ਉਹਨਾਂ ਨੇ ਜਵਾਬ ਦੇਤਾ ਕਿ ਇਹ ਤਾਂ ਹੁਣ ਉੱਥੋਂ ਉਹਨਾਂ ਦਾ ਜਿਹੜਾ ਹੈ ਸਰਕਾਰ ਦਾ ਹੀ ਅਖਤਿਆਰ ਹੈ ਔਰ ਉਹਨਾਂ ਨੇ ਦੇਖਣਾ ਹੈ, ਜਾਂ ਰਾਸ਼ਟਰਪਤੀ ਦਾ ਅਖਤਿਆਰ ਹੈ, ਉਹਨਾਂ ਨੇ ਦੇਖਣਾ ਹੈ। ਪੰਜਾਬ ਬੀਜੇਪੀ ਦਾ ਸਟੈਂਡ ਹੈ ਕਿ ਨਹੀਂ ਵੀ ਬੇਅਦਬੀ ਮਾਮਲੇ 'ਚ ਆਪਾਂ ਤੇ ਇਸ ਮੁੱਦੇ ਤੇ ਚਰਚਾ ਕਰ ਰਹੇ ਹਾਂ ਕਿ ਅਸਲ ਦੇ ਵਿੱਚ ਹੁਣ ਕਿਉਂ ਜਾ ਕੇ ਇਹ ਜ਼ਰੂਰਤ ਪੈ ਰਹੀ ਹੈ ਕਿ ਹੁਣ ਕਾਨੂੰਨ ਨੂੰ ਛੇਤੀ ਤੋਂ ਛੇਤੀ ਲਾਗੂ ਕਰਵਾਇਆ ਜਾਵੇ। ਜਿਹੜੀਆਂ ਮੌਜੂਦਾ ਕਾਨੂੰਨ ਦੀਆਂ ਧਾਰਾਵਾਂ ਨੇ ਕਿ ਉਹਨਾਂ ਦੇ ਤਹਿਤ ਇਨਸਾਫ ਨਹੀਂ ਦਿੱਤਾ ਜਾ ਸਕਦਾ। ਸਵਾਲ ਤੇ ਇਹ ਹੈ, ਜੈਬਾਸ ਜੀ ਜਵਾਬ ਦੇ ਦਿਓ। हाँ जी, देखो पहली गल ते खड़ियाल साहब की गल की मैं जवाब दवा इन्हों, मैं इन्हों उल्टा पूछना कि जो पहली बारी ये कानून वापस भेजा सीगा उदों प्रेजिडेंट प्रणब मुखर्जी सीगे, इन्हां दी पार्टी दे सीगे, ते ये मैनूं ये दस देन कि प्रेजिडेंट प्रणब मुखर्जी ने उन्होंने श्रोमणी अकाली दल दे भेजे हुए अमेंडमेंट नूं वापस क्यों भेजिया? ये दसदे ने, ते वकील भी हैगे ने मेरे उत्ते इस तरीके दे नाल क्वेश्चन करने की जगह हुण ये मैनूं आंसर देने इस क्वेश्चन का। दूसरा जिहड़ा तुसीं कह रहे हो धरावां खड़ियाल साहब ते कलेर साहब ज्यादा दसणगे, ऐसियां कई धरावां हैगियां ने, मैनूं दस्सिया वकीलां ने 253 है जिद्दां जिहदे विच अगर तुसीं बेदबी दे केस नूं ओनूं मिला दो स्टेट दे अगेंस्ट रिवोल्ट दे नाल ते 10 साल दी इंप्रिजनमेंट हो जांदी है ओहदे विच। सो अगर तुहाडा केस स्ट्रोंग होए, तुसीं सही धरावां लगाओ, ਉਹਦੇ ਵਾਸਤੇ ਚਾਰਜ ਸ਼ੀਟ ਅੱਛੀ ਬਣਾਓ, ਉਹਦੀ ਇਨਵੈਸਟੀਗੇਸ਼ਨ ਚੰਗੀ ਕਰੋ ਤੇ ਬੰਦੇ ਨੂੰ ਕਾਫੀ ਲੰਬੀ ਉਮਰ ਕੈਦ ਨਹੀਂ ਤੇ ਕਾਫੀ ਲੰਬੀ ਉਮਰ ਕੈਦ ਵੀ ਮਿਲ ਸਕਦੀ ਹੈ, ਡੈਥ ਵੀ ਹੋ ਸਕਦੀ ਹੈ। ਦ ਪੁਆਇੰਟ ਫੇਰ ਉੱਥੇ ਹੀ ਆ ਜਾਂਦਾ ਪੁਆਇੰਟ ਆਫ ਲਾਅ ਕਿ ਤੁਸੀਂ ਕੀ ਕੀਤਾ ਤੇ ਕਿਹੜੇ ਤਰੀਕੇ ਨਾਲ ਚਾਰजेस ਉਹਦੇ ਉੱਤੇ ਲਗਾਈਆਂ। ਹੁਣ ਮੈਨੂੰ ਇਹ ਦੱਸ ਦੇਣ ਕਿ ਅਗਰ ਕੱਲ ਬਣ ਜਾਂਦੀ ਹੈ ਸੈਂਟਰ ਗਵਰਨਮੈਂਟ ਜਾਂ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਅਮੈਂਡਮੈਂਟ ਵਾਸਤੇ, ਤੇ ਇਹਨਾਂ ਕੋਲ ਕਿਹੜੇ ਐਸੇ 5 ਦੋਸ਼ੀ ਹੈਗੇ ਨੇ ਪੁਲਿਸ ਕਸਟਡੀ ਦੇ ਵਿੱਚ ਜਿਨ੍ਹਾਂ ਨੂੰ ਉਹਦੇ ਥੱਲੇ ਚਾਰਜ ਕਰਨਗੇ, ਉਹਨਾਂ ਦੇ ਨਾਂ ਦੱਸ ਦੇਣ ਮੈਨੂੰ ਸੰਘੇਰਾ ਸਾਹਿਬ। ਮੈਂ ਸੰਘੇਰਾ ਸਾਹਿਬ ਤੋਂ ਜਵਾਬ ਲੈਣਾ। ਮੈਂ ਛੋਟਾ ਜਿਹਾ ਕਲੀਅਰ ਸਾਹਿਬ ਤੁਹਾਡੇ ਤੋਂ ਇਸ ਦੇ ਵਿੱਚ ਸਬਮਿਸ਼ਨ ਚਾਹੁੰਦਾ ਹੈ ਕਿ ਜਿਹੜਾ ਉਸ ਵੇਲੇ ਰਿਜੈਕਟ ਹੋਇਆ ਸੀ ਕਿ ਉਸ ਵੇਲੇ ਇਹ ਵੀ ਚਰਚਾ ਹੋਈ ਸੀ ਕਿਉਂਕਿ ਅਸੀਂ ਐਜ਼ ਏ ਜਰਨਲਿਸਟ ਉਦੋਂ ਕਵਰ ਕਰਦੇ ਸੀ ਕਿ ਕੱਲ ਨੂੰ ਇਹਦਾ ਮਿਸਯੂਜ਼ ਹੋ ਸਕਦਾ ਹੈ ਕਿਉਂਕਿ ਐਡੀ ਫਾਂਸੀ ਦੀ ਸਜ਼ਾ ਸਿੱਧਾ ਤੁਸੀਂ ਇਹ ਬਹੁਤ ਸੋਚ ਵਿਚਾਰ ਕੇ ਲੈਣ ਵਾਲਾ ਫੈਸਲਾ ਹੈ ਕਿਉਂਕਿ ਕੋਈ ਵੀ ਕਾਨੂੰਨ ਜਦੋਂ ਬਣਦਾ ਤੇ ਉਹਦੇ ਮਿਸਯੂਜ਼ ਦਾ ਖਤਰਾ ਰਹਿੰਦਾ ਹੈ। ਕੀ ਇਹ ਵਜ੍ਹਾ ਸੀਗੀ? ਨਹੀਂ ਦੇਖੋ ਬਰਾੜ ਸਾਹਿਬ, ਮੈਂ ਤੁਹਾਨੂੰ ਪਹਿਲੇ ਸ਼ੁਰੂ ਦੇ ਵਿੱਚ ਇਹ ਕਹਿਤਾ ਸੀ ਕਰਨਾ ਜੀ, ਪੁਨਰ ਵਿਚਾਰ ਲਈ ਬਰਾੜ ਸਾਹਿਬ ਮੈਂ ਸ਼ੁਰੂ ਦੇ ਵਿੱਚ ਇਹ ਕਹਿਤਾ ਸੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਪਿੱਛੇ ਪੈ ਜਾਂਦੀਆਂ ਨੇ। ਔਰ ਦੂਸਰੀ ਗੱਲ ਹੈ, ਦੇਖੋ ਬੀਇੰਗ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ, ਮੈਂ ਉਸ ਗੱਲ ਨੂੰ ਦੁਬਾਰਾ ਅਸਰਟ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਿਵਿੰਗ ਗੁਰੂ ਨੇ
ਤੇ ਉਹ ਸਾਡੀ ਜਾਗਦੀ ਜੋਤ ਹੈ ਤੇ ਉਹ ਅਗਰ ਉੱਥੇ ਬੇਅਦਬੀ ਹੁੰਦੀ ਹੈ ਔਰ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੀ ਅਗਰ ਬੇਅਦਬੀ ਹੁੰਦੀ ਹੈ ਤਾਂ ਉਹਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ। ਇਹਨੂੰ ਅਸੀਂ ਰਿਟਰੇਟ ਕਰਦੇ ਹਾਂ। ਪਰ ਮੈਂ ਫਿਰ ਦੁਬਾਰਾ ਇਹ ਗੱਲ ਕਹਿਣਾ ਕਿ ਕੀ ਅੱਜ ਜਿਹੜੇ ਪੰਜਾਬ ਦੇ ਵਿੱਚ ਜੋ ਸਥਿਤੀ ਹੈ, ਦੇਖੋ ਗੱਲ ਅੱਜ ਸਿਰਫ ਸਜ਼ਾ ਵੱਧ ਘੱਟ ਦੀ ਹੈ। ਸਰਕਾਰਾਂ ਤੇ ਸਵਾਲ ਇਹ ਹੈ, ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ, ਕਿ ਕੀ ਅਸੀਂ ਉਹ ਲੋਕਾਂ ਨੂੰ ਸਜ਼ਾ ਦੇ ਕਟਹਿਰੇ ਤੱਕ ਵੀ ਲੈ ਕੇ ਗਏ ਆ? ਸਜ਼ਾ ਵੱਧ ਘੱਟ ਹੋਣੀ ਇੱਕ ਡਿਫਰੈਂਟ ਇਸ਼ੂ ਹੈ। ਕੀ ਕਾਨੂੰਨ ਨੀਚੇ ਅੱਜ ਇੰਪਲੀਮੈਂਟ ਹੋ ਪਾ ਰਿਹਾ ਹੈ? ਕੀ ਬੇਅਦਬੀ ਦੇ ਦੋਸ਼ੀ ਫੜੇ ਗਏ? ਕੀ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ? ਚਲੋ ਸੰਘੇੜਾ ਸਾਹਿਬ ਜਵਾਬ ਦੇ ਦਿਓ। ਇੱਕੋ ਇੱਕ ਬੇਅਦਬੀ ਦੇ ਮਸਲੇ ਆਪਾਂ ਥੋੜਾ ਜਿਹਾ ਬਰੀਫ ਰੱਖੀਏ, ਸਮਾਂ ਘੱਟ ਬਚਿਆ ਹੈ। ਥੋੜਾ ਜਿਹਾ ਬਰੀਫ ਰੱਖੀਏ, ਸਮਾਂ ਘੱਟ ਬਚਿਆ ਹੈ। ਜਵਾਬ ਦੇ ਦਿਓ ਸੰਘੇੜਾ ਸਾਹਿਬ। ਮੈਂ ਟੂ ਦਾ ਪੁਆਇੰਟ ਗੱਲ ਕਰੂੰਗਾ, ਕੋਈ ਵਿੱਚ ਨਾ ਬੋਲਣ। ਮੈਂ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਉੱਚੀ ਆਵਾਜ਼ ਵਿੱਚ ਕਹਿ ਰਹੇ ਨਾ ਫਾਂਸੀ ਦੀ ਸਜ਼ਾ, ਇੱਕ ਵਾਰੀ ਇਹਨਾਂ ਨੇ ਕਰਪਸ਼ਨ ਤੇ ਵੀ ਫਾਂਸੀ ਦੀ ਸਜ਼ਾ ਦੀ ਗੱਲ ਕੀਤੀ ਸੀ। ਸਭ ਤੋਂ ਵੱਧ ਕਰਪਸ਼ਨ ਇਹਨਾਂ ਦੇ ਵੇਲੇ ਹੋਈ ਹੈ। ਇਹਨਾਂ ਦੀ ਜਿਹੜੀ ਨੀਅਤ ਜਿਹੜੀ ਆ ਦੇਖੋ ਨਾ, ਕੋਈ ਗੱਲ ਥੋੜੀ ਆ ਆਹ ਕੋਈ ਗੱਲ ਆ। ਬਾਦਲ ਸਾਹਿਬ ਨੇ ਸਕੈਂਡਲ ਸਾਹਮਣੇ ਬਾਦਲ ਸਾਹਿਬ ਤੇ ਵੱਡੇ ਕਰਪਸ਼ਨ ਦੇ ਦੋਸ਼ ਲੱਗੇ ਕਿਸ ਤਰੀਕੇ ਨਾਲ ਲੁੱਟ ਰਹੇ ਨੇ ਸਾਰਿਆਂ ਦੇ ਸਾਹਮਣੇ ਆ। ਕਿਸੇ ਤੋਂ ਧਰੀ ਚੁੱਕੀ ਆ। ਤੁਸੀਂ ਤਾਂ ਕਹਿੰਦੇ ਅਫਸਰਾਂ ਨੂੰ ਨੰਗੇ ਕਰਕੇ ਕੁੱਟਾਂਗੇ। ਜਵਾਬ ਬੇਅਦਬੀ ਤੇ ਦਿਓ ਨਾ। ਤੁਹਾਡੇ ਐਮਐਲਏ ਦੇ ਭਰਾਵਾਂ ਦੀ ਜਿਹੜੇ ਅਫਸਰਾਂ ਨੂੰ ਨੰਗੇ ਕਰਕੇ ਸੰਘੇੜਾ ਸਾਹਿਬ ਜਵਾਬ ਬੇਅਦਬੀ ਤੇ ਦਿਓ ਨਾ। ਗੱਲ ਬੇਅਦਬੀ ਦੀ ਗੱਲ ਕਰੋ। ਕਰਪਸ਼ਨ ਦਾ ਮੁੱਦਾ ਲੈ ਆਓ ਤੇ ਫਿਰ ਦੂਜੇ ਪਾਸੇ ਚਲਾ ਜਾਓ। ਗੱਲਾਂ ਤੁਸੀਂ ਦੂਜੀਆਂ ਮਾਰਦੇ ਹੋ। ਤੁਹਾਡਾ ਸਤਿੰਦਰਪਾਲ ਜੈਨ ਕਾਹਦੇ ਚ ਅੰਦਰ ਹੈ? ਮਨੀਸ਼ ਸਿਸੋਦੀਆ ਕਾਹਦੀ ਇਨਕੁਆਇਰੀ ਚੱਲ ਰਹੀ ਹੈ? ਦੇਖੋ ਹੁਣ ਐਕਸਾਈਜ਼ ਪਾਲਿਸੀ ਕਾਹਦੀ ਹੈ? ਸਭ ਰੋਕੋ ਇਹਨਾਂ ਨੂੰ। ਕਰਪਸ਼ਨ ਦੇ ਮੋਟੇ ਮਗਰਮੱਛ ਤਾਂ ਆਮ ਆਦਮੀ ਪਾਰਟੀ ਚ ਬੈਠੇ ਨੇ। ਕਰਪਸ਼ਨ ਦਾ ਮੁੱਦਾ ਹੀ ਨਹੀਂ ਜੀ। ਕਲੇਰ ਸਾਹਿਬ ਕਰਪਸ਼ਨ ਦੇ ਮੁੱਦੇ ਤੇ ਨਹੀਂ ਆਪਾਂ ਗੱਲ ਕਰ ਰਹੇ। ਉਹਦੇ ਤੇ ਕਿਉਂ ਨਹੀਂ ਉਹਦੀ ਆਪਾਂ ਕਰਪਸ਼ਨ ਦੇ ਮੁੱਦੇ ਤੇ ਗੱਲ ਹੀ ਨਹੀਂ ਕਰ ਰਹੇ। ਤੁਸੀਂ ਰੌਲਾ ਪਾਉਣਾ ਪਾ ਸਕਦੇ ਹੋ, ਪਰ ਕਰਪਸ਼ਨ ਦਾ ਮੁੱਦਾ ਹੀ ਨਹੀਂ। ਮੁੱਦਾ ਤੇ ਆਪਾਂ ਬੇਅਦਬੀ ਦਾ ਕਰ ਰਹੇ ਹਾਂ, ਉਹਨਾਂ ਦਾ ਜਵਾਬ ਲੈ ਲਈਏ। ਜਿੰਨੀਆਂ ਵੀ ਬੇਅਦਬੀਆਂ ਹੋਈਆਂ ਜਿਹੜੀਆਂ ਤੁਸੀਂ ਵੀ ਡਾਈਵਰਟ ਨਾ ਕਰੋ। ਮੈਂ ਨਹੀਂ ਕਰਦਾ ਸਾਹਿਬ। ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਜਿਹੜੀ ਬੇਅਦਬੀਆਂ ਹੋਈਆਂ, ਇਹ ਸਿਆਸਤ ਦੀ ਗੱਲ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਤੇ ਸਿਆਸਤ ਕੀਤੀ। ਬੇਅਦਬੀਆਂ ਦੇ ਪਿੱਛੇ ਵੱਡੇ ਹੱਥ ਨੇ ਔਰ ਵੋਟਾਂ ਲੈਣ ਦੀ ਖਾਤਰ ਇੱਕ ਵੱਡੇ ਡੇਰੇ ਤੋਂ ਲੈ ਕੇ ਹਾਂਜੀ ਵੱਡੇ ਡੇਰੇ ਤੋਂ ਲੈ ਕੇ ਸਿੱਧੇ ਤੌਰ ਤੇ ਮਾਫੀਆਂ ਦੇਣ ਦਾ ਆਗਾ ਫਿਰ ਬੋਲਣ ਨਹੀਂ ਦੇਣਾ। ਮੈਂ ਬੇਅਦਬੀ ਤੇ ਗੱਲ ਕਰਾਂ ਪੇਸ਼ ਕੀਤਾ। ਉਹ ਭਗਵੰਤ ਮਾਨ ਨੇ ਬੇਅਦਬੀ ਦੀ ਗੱਲ ਥੋੜੀ ਆ। ਦਿਸ ਇਜ਼ ਨੋਟ ਵੇ ਰਾਜਨੇਤਾ ਦਾ ਨਾਮ ਕਲੇਰ ਸਾਹਿਬ ਕਿਉਂ ਨੋਟ ਵੇ ਕਰਦੇ ਹੋ? ਇੰਨਾ ਡਰਦੇ ਸੰਘੇੜਾ ਸਾਹਿਬ ਤੁਹਾਨੂੰ ਝੂਠ ਬੋਲਣ ਦੀ ਆਦਤ ਪੈ ਗਈ। ਤੁਸੀਂ ਆਪਣਾ ਲਿਹਾਜ਼ ਕਰੋ। ਕਿਉਂ ਝੂਠ ਬੋਲਦੇ ਹੋ? ਯਾਨੀ ਕੁੱਲ ਮਿਲਾ ਕੇ ਇੱਕ ਸੈਕਿੰਡ ਕਲੇਰ ਸਾਹਿਬ ਇੱਕ ਸੈਕਿੰਡ ਮੇਰੀ ਗੱਲ ਸੁਣੋ। ਕੁੱਲ ਮਿਲਾ ਕੇ ਫਿਰ ਹੋਰ ਤਾਂ ਸਿਆਸਤ ਹੀ ਰਹੀ ਹੈ ਨਾ। ਫਿਰ ਹੋਰ ਤੇ ਸਿਆਸਤ ਮੇਰੀ ਗੱਲ ਸੁਣੋ। ਫਿਰ ਆਪਾਂ ਗੱਲ ਕਰਕੇ ਇੱਕ ਦੂਜੇ ਨੂੰ ਕਹਿ ਦਿੰਦੇ ਆ ਕਿ ਤੁਸੀਂ ਸਿਆਸਤ ਕਰ ਰਹੇ ਹੋ, ਤੁਸੀਂ ਸਿਆਸਤ ਕਰ ਰਹੇ ਹੋ। ਹੁਣ ਮੈਂ ਕਿਹਨੂੰ ਕਹਾਂ? ਇਹਨਾਂ ਨੂੰ ਪੁੱਛੋ ਜੀ ਕਿਹਨੂੰ ਕਹਾਂ? ਸਾਰੇ ਹੀ ਸਿਆਸਤ ਕਰ ਰਹੇ ਆ। ਕੁੱਲ ਮਿਲਾ ਕੇ ਅੱਜ ਕਾਨੂੰਨ ਨੂੰ ਲਾਗੂ ਕਰਵਾਉਣ ਦੀ ਲੋੜ ਤਾਂ ਪਈ ਵੀ ਸਿਰਫ ਸਾਰਿਆਂ ਨੇ ਸਿਆਸਤ ਹੀ ਕੀਤੀ ਹੈ। ਡਰਪੋਕ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਨੇ ਮਹੀਨੇ ਚ ਬੋਲਣੇ ਨਹੀਂ ਦਿੰਦੇ, ਨਹੀਂ ਅਸਤੀਫੇ ਦੇ ਦੇਣਗੇ। ਮਤਲਬ ਪਾਸ ਔਨ ਕਰਦੇ ਜਾਓ, ਇੱਕ ਇੱਕ ਕਰਕੇ ਪਾਸ ਔਨ ਕਰਦੇ ਜਾਓ ਔਰ ਮੇਰੇ ਪੋਲਿਟਿਕਸ ਤੇ ਇਲਜ਼ਾਮ ਲਾਉਂਦੇ ਜਾਓ। ਕਰਨਾ ਕਿਸੇ ਨੇ ਕੁਝ ਨਹੀਂ। ਮੇਰੇ ਟਾਈਮ ਜਿਹੜੀ ਮੁੱਖ ਮੰਤਰੀ ਨੇ ਫਾਈਨਲ ਰਿਪੋਰਟ ਤੁਸੀਂ ਮਾਫ ਖੜਿਆਲ ਸਾਹਿਬ ਕੁਝ ਬੋਲਣਾ ਚਾਹ ਰਹੇ ਹੋ? ਲੀਡਰ ਦਾ ਨਾਮ ਦੱਸੋ ਲੋਕਾਂ ਨੂੰ। ਤੁਸੀਂ ਮਾਫੀ ਦਿੱਤੀ ਤੇ ਵਾਪਸ ਲਈ। ਖੜਿਆਲ ਸਾਹਿਬ ਤੁਸੀਂ ਰਿਪੋਰਟ ਦਿੱਤੀ ਕਿਹੜੇ ਲੀਡਰ ਦਾ ਨਾਮ ਦੱਸੋ। ਤੁਸੀਂ ਇੱਕ ਫਾਈਨਲ ਰਿਪੋਰਟ ਦਿੱਤੀ ਲੀਡਰ ਦਾ ਨਾਮ ਕੌਣ ਹੈ? ਤੁਹਾਡਾ ਮੁੱਖ ਚਲੋ ਮੰਤਰੀ ਇਹਨੇ ਸ਼ੋਰ ਮਚਾ ਕੇ ਰੌਲਾ ਪਾ ਕੇ ਨਾ ਇਹ ਤਰੀਕਾ ਇਹਨਾਂ ਦਾ ਆਪਣੀ ਗੱਲ ਕਰ ਲੈਂਦੇ ਆ, ਆਪਣੀ ਗੱਲ ਕਰ ਲੈਂਦੇ। ਖੜਿਆਲ ਸਾਹਿਬ ਚੈਟ ਕਰੋ। ਮੈਂ ਇੱਕ ਸੈਕਿੰਡ ਖੜਿਆਲ ਸਾਹਿਬ ਕਰਕੇ ਇਹਨਾਂ ਦੇ 3 ਐਮਐਲਏ ਹੈਗੇ। ਲੋਕ ਦੇਖਦੇ ਹੀ ਆ ਸਾਰੇ ਗੱਲ ਸਾਰੇ ਹਿਮਾਚਲ ਦੀ ਮਾਨਤਾ ਫਿਰ ਸਿਆਸਤ ਦੇ ਇਲਜ਼ਾਮ ਲਾਈ ਜਾਓ ਦੂਜੇ ਤੇ। ਲੌਜੀਕਲ ਗੱਲ ਕਰੋ। ਲੌਜੀਕਲ ਗੱਲ ਕਰੋ। ਤੁਸੀਂ ਕਹੋ ਆਪਣੀ ਗੱਲ। ਪਲੀਜ਼ ਇੱਕ ਸੈਕਿੰਡ ਕਲੇਰ ਸਾਹਿਬ ਖੜਿਆਲ ਸਾਹਿਬ ਨੂੰ ਬੋਲਣ ਦਿਓ। 10 ਸਾਲ ਦੇ ਵਿੱਚ ਰਾਸ਼ਟਰੀ ਪਾਰਟੀ ਦਾ ਖੜਿਆਲ ਸਾਹਿਬ ਨੂੰ ਬੋਲਣ ਦਿਓ। ਇੱਕ ਮਿੰਟ ਕਿਹੜਾ ਸਾਹਿਬ? ਸੈਂਟਰਲ ਗਵਰਨਮੈਂਟ ਹੋਮ ਮਿਨਿਸਟਰੀ ਨੇ ਸੈਂਟਰਲ ਗਵਰਨਮੈਂਟ ਦੀ ਹੋਮ ਮਿਨਿਸਟਰੀ ਨੇ ਜਦੋਂ ਬਿੱਲ ਭੇਜਿਆ ਗਿਆ ਸੀਗਾ ਨਾ, ਉਦੋਂ ਸੈਂਟਰਲ ਗਵਰਨਮੈਂਟ ਦੀ ਹੋਮ ਮਿਨਿਸਟਰੀ ਨੇ ਪ੍ਰੈਜ਼ੀਡੈਂਟ ਕੋਲੇ ਜਾਣ ਨਹੀਂ ਦਿੱਤਾ। ਇਹੀ ਕਿ ਮੋੜਤਾ ਵੀ ਇਹ ਪ੍ਰਿੰਸੀਪਲਸ ਨੂੰ ਕਨਸਟੀਟਿਊਸ਼ਨ ਦੇ ਵਾਇਲੇਟ ਕਰਦਾ ਹੈ, ਸੈਕੂਲਰਿਜ਼ਮ ਨੂੰ ਵਾਇਲੇਟ ਕਰਦਾ ਹੈ। ਹੁਣ ਮੇਰਾ ਸਵਾਲ ਬੀਜੇਪੀ ਨੂੰ ਇਹ ਹੈ ਵੀ ਸੈਕੂਲਰਿਜ਼ਮ ਨੂੰ ਇਹ ਕਿਵੇਂ ਵਾਇਲੇਟ ਕਰਦਾ? ਜੈਬਨ ਸਾਹਿਬ ਦੱਸਣ। ਇਹ ਤਾਂ ਸਰਕਾਰ ਦੇ ਉੱਤੇ ਸਵਾਲ ਹੈ, ਬੀਜੇਪੀ ਦੀ ਹੋਮ ਮਿਨਿਸਟਰੀ ਦਾ ਸਵਾਲ ਹੈ। ਤੇ ਪੰਜਾਬ ਬੀਜੇਪੀ ਦਾ ਸਟੈਂਡ ਹੈ ਕਿ ਨਹੀਂ ਵੀ ਬੇਅਦਬੀ ਮਾਮਲੇ 'ਚ ਇਨਸਾਫ ਹੋਣਾ ਚਾਹੀਦਾ ਹੈ? ਪੰਜਾਬ ਬੀਜੇਪੀ ਦਾ ਸਟੈਂਡ ਦੱਸ ਦਿਓ ਜੈਬਸ ਜੀ।
ਅਸਲ ਜਿਹੜੀ ਗੱਲ ਹੋਣੀ ਚਾਹੀਦੀ ਆ ਉਹਦੇ ਤੇ ਰਹੋ। ਕਿਹੜੇ ਟਾਈਮ ਦੀ ਗੱਲ ਕਰ ਰਹੇ ਨੇ ਖਡਿਆਲ ਸਾਹਿਬ? ਹੁਣ ਦੀ ਗੱਲ ਕਰ ਰਹੇ ਨੇ ਕਿ ਪਹਿਲੇ ਦੀ ਗੱਲ ਕਰ ਰਹੇ ਨੇ? ਹੁਣ ਦੋਨਾਂ ਦੀ ਗੱਲ ਕਰ ਰਹੇ ਨੇ, ਜਿਹੜਾ 2018 ਦੇ ਵਿੱਚ ਪਹਿਲਾਂ ਸੈਂਟਰ ਨੇ ਵਾਪਸ ਕਰਤਾ ਸੀਗਾ। ਨੋ 2018 ਦੇ ਵਿੱਚ ਜਿਹੜਾ ਬਿੱਲ ਭੇਜਿਆ ਸੀਗਾ ਉਹ ਵਾਪਸ ਨਹੀਂ ਕੀਤਾ। ਉਹਦੇ ਉੱਤੇ ਹਜੇ ਤੱਕ ਕੋਈ ਡਿਸੀਜਨ ਨਹੀਂ ਆਈ ਹੈ। ਜਿਹੜਾ ਵਾਪਸ ਪਹਿਲੇ ਸ਼੍ਰੋਮਣੀ ਅਕਾਲੀ ਦਲ ਵਾਲੀ ਹੈ। ਤਾਂ ਇਹ ਜਿਹੜਾ ਮੇਰੇ ਕੋਲੋਂ ਜਵਾਬ ਪੁੱਛ ਰਹੇ ਨੇ ਨਾ, ਇਹ ਕਾਂਗਰਸ ਪਾਰਟੀ ਨੂੰ, ਇਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਇਹਨਾਂ ਦੀ ਗਵਰਨਮੈਂਟ ਨੇ, ਕਾਂਗਰਸ ਗਵਰਨਮੈਂਟ ਨੇ ਉਹ ਬਿੱਲ ਪ੍ਰੈਜ਼ੀਡੈਂਟ ਕੋਲ ਭੇਜਣ ਦੇ ਬਗੈਰ ਵਾਪਸ ਕਿੱਦਾਂ ਕਰ ਦਿੱਤਾ। ਇਹਦਾ ਜਵਾਬ ਖਡਿਆਲ ਸਾਹਿਬ ਹੀ ਦੇਣ। ਆਪਣੀ ਗੱਲ ਦੇ ਵਿੱਚ ਹੀ ਉਹ ਖੁਦ ਫਸ ਗਏ ਹੋਏ ਨੇ, ਅਸੀਂ ਨਹੀਂ ਦਿੱਤਾ। ਸਾਡਾ ਤੇ ਹੁਣ ਇਹ ਲੇਟੈਸਟ ਕੇਸ ਹੈ ਜੋ ਕਾਂਗਰਸ ਨੇ ਭੇਜਿਆ ਸੀਗਾ, ਉਹ ਕਲੇਰ ਸਾਹਿਬ ਜਵਾਬ ਦੇਣਗੇ ਜੀ। ਖਡਿਆਲ ਸਾਹਿਬ ਨਹੀਂ, ਕਲੇਰ ਸਾਹਿਬ। ਮੈਂ ਤੁਹਾਨੂੰ ਕਹਿ ਰਿਹਾ ਕਿ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਗੰਭੀਰਤਾ ਦੇ ਨਾਲ ਚਲੋ ਇੱਕ ਮਿੰਟ ਸੁਣ ਲਈਏ, ਜੈਪਾਸੀ ਜਵਾਬ ਲੈਣਗੇ। ਮੈਰਿਟ ਦੇ ਉੱਤੇ ਉਹਨੂੰ ਡਿਸਾਈਡ ਕੀਤਾ ਜਾਏਗਾ। ਹੋਮ ਮਿਨਿਸਟਰੀ ਨੇ ਜਾਣ ਨਹੀਂ ਦਿੱਤਾ, ਪਹਿਲਾਂ ਹੀ ਉਹਨਾਂ ਨੇ ਰਿਜੈਕਟ ਕਰਤਾ, ਜਾਣ ਨਹੀਂ ਦਿੱਤਾ ਪ੍ਰੈਜ਼ੀਡੈਂਟ ਕੋਲੇ, ਬੀਜੇਪੀ ਦੀ ਹੋਮ ਮਿਨਿਸਟਰੀ ਨੇ। ਸੋ ਇਹ ਗੱਲ ਦਾ ਜੋ ਵੀ ਰਿਜੈਕਟ ਬੀਜੇਪੀ ਨੇ, ਕਾਂਗਰਸ ਦੀ ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਜੈਪਾਸੀ ਬੀਜੇਪੀ ਦੀ ਸਰਕਾਰ ਸੀ। ਨਹੀਂ ਇਹ 2015-16 ਦੀ ਗੱਲ ਹੈ, ਬੀਜੇਪੀ ਦੀ ਸਰਕਾਰ ਸੀ। ਕਲੇਰ ਸਾਹਿਬ ਤੁਸੀਂ ਥੋੜਾ ਜਿਹਾ ਕਲੈਰੀਫਾਈ ਕਰ। ਨਹੀਂ, ਮੈਂ ਫੇਰ ਦੁਬਾਰਾ ਕਲੈਰੀਫਾਈ ਕਰ ਦੇਣਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਇਹ ਬਿੱਲ ਲੈ ਕੇ ਆਇਆ ਸੀ, ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ, ਪ੍ਰੈਜ਼ੀਡੈਂਟ ਨੇ ਉਹ ਬਿੱਲ ਵਾਪਸ ਤੁਸੀਂ ਸ਼ਾਇਦ 2015 ਚ ਲੈ ਕੇ ਆਏ 2015 ਚ ਉਦੋਂ ਬੀਜੇਪੀ, ਕਿਉਂਕਿ 2014 ਦੇ ਵਿੱਚ ਮੋਦੀ ਸਾਹਿਬ ਪੀਐਮ ਬਣੇ, ਉਦੋਂ ਉਹਨੂੰ ਦੁਬਾਰਾ ਪੁਨਰ ਵਿਚਾਰ ਲਈ ਵਾਪਸ ਭੇਜਿਆ ਗਿਆ ਸੀ। ਉਸ ਤੋਂ ਬਾਅਦ ਕਿਉਂਕਿ ਸਰਕਾਰ ਚਲੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ, ਕਾਂਗਰਸ ਨੇ ਉਹ ਦੁਬਾਰਾ 2018 ਦੇ ਵਿੱਚ ਭੇਜਿਆ। 2018 ਕੁਝ ਅਮੈਂਡਮੈਂਟਸ ਕਰਕੇ ਭੇਜਿਆ। 2018 ਤੋਂ ਲੈ ਕੇ ਉਹ ਅੱਜ ਤੱਕ ਪੈਂਡਿੰਗ ਚੱਲ ਰਿਹਾ ਹੈ। ਸੋ ਅਗਰ 2018 ਤੋਂ ਲੈ ਕੇ 22 ਤੱਕ 4 ਸਾਲ ਕਾਂਗਰਸ ਦੇ ਰਹੇ, ਇਹਨਾਂ ਨੇ ਨਹੀਂ ਉਹਨੂੰ ਪਰਸਿਊ ਕੀਤਾ, ਉਹ ਟੇਕ ਅਪ ਨਹੀਂ ਕੀਤਾ। ਔਰ ਜਿੱਦ ਤੱਕ ਮੇਰੀ ਨੌਲੇਜ ਹੈ ਉੱਥੋਂ ਇਹਨਾਂ ਨੂੰ ਕੁਝ ਸਵਾਲ ਕੀਤੇ ਗਏ ਸੀ ਜਿਨ੍ਹਾਂ ਦਾ ਮੈਨੂੰ ਲੱਗਦਾ 2.5-3 ਸਾਲ ਜਵਾਬ ਹੀ ਦੁਬਾਰਾ ਕਾਂਗਰਸ ਦੀ ਸਰਕਾਰ ਨੇ ਨਹੀਂ ਭੇਜਿਆ ਸੀਗਾ, ਉਹ ਤਾਂ ਡਿਲੇ ਹੁੰਦਾ ਰਿਹਾ। ਚਲੋ ਆਪਣੇ ਕੋਲ ਆਖਰੀ 2-3 ਮਿੰਟ ਨੇ। ਖਿਆਲ ਸਾਹਿਬ ਆਖਰੀ ਹੈ ਬਸ। ਪਹਿਲਾ ਤਾਂ ਮੈਂ ਸਪਸ਼ਟ ਕਰਦਾ, ਮਾਰਚ 16 ਨੂੰ 2017 ਨੂੰ ਯੂਨੀਅਨ ਗਵਰਨਮੈਂਟ ਦੀ ਹੋਮ ਮਿਨਿਸਟਰੀ ਨੇ ਬਿੱਲ ਜਿਹੜਾ ਪ੍ਰੈਜ਼ੀਡੈਂਟ ਕੋਲੇ ਨਹੀਂ ਜਾਣ ਦਿੱਤਾ, ਉਹਨੂੰ ਪਹਿਲਾਂ ਹੀ ਜਿਹੜਾ ਹੈ ਵਾਪਸ ਭੇਜਤਾ। ਇਹ ਤਰੀਕ ਚੈੱਕ ਕਰ ਲੈਣ, ਇਹ ਫੈਕਚੁਅਲ ਗੱਲ ਹੈ। ਦੂਜੀ ਗੱਲ, ਕਲੇਰ ਸਾਹਿਬ ਕੀ ਕਹਿ ਰਹੇ, ਜਿੰਨਾ ਮੈਨੂੰ ਪਤਾ ਹੈ, ਜਿੰਨਾ ਮੇਰੀ ਨੌਲੇਜ ਹੈ, ਤੁਹਾਡੀ ਨੌਲੇਜ ਵੀ ਗਲਤ ਹੈ, ਤੁਹਾਨੂੰ ਪਤਾ ਵੀ ਨਹੀਂ ਹੈਗਾ ਕਿ ਕਾਂਗਰਸ ਪਾਰਟੀ ਲੈਫਟ ਨੂੰ ਸਟੂਡੈਂਟ ਤੁਸੀਂ ਨਾ ਪਰਸਨਲ ਕਮੈਂਟ ਤੋਂ ਬਾਹਰ ਆ ਜਾਓ, ਨੌਲੇਜ ਨੂੰ ਲੈ ਤੁਸੀਂ ਗੱਲ ਕਰੋ ਨਾ, ਦੱਸੋ 2018 ਦੇ 22 ਤੱਕ 4 ਸਾਲ ਕਿਉਂ ਨਹੀਂ ਹੋਇਆ, ਉਹਦਾ ਜਵਾਬ ਦਿਓ ਲੋਕਾਂ ਨੂੰ। ਉਹਦੇ ਬਾਅਦ ਇਹਨਾਂ ਨੇ ਉਹਦੀ ਅਮੈਂਡਮੈਂਟ ਕਰਕੇ ਵਾਪਸ ਕਿਉਂ ਨਹੀਂ ਭੇਜੀ? ਇਹਨਾਂ ਨੇ 2 ਸਾਲ ਕਿਉਂ ਲਗਾ ਲਏ ਉਹਨੂੰ ਅਮੈਂਡ ਕਰਨ ਵਾਸਤੇ? 3 ਸਾਲ 2018 ਤੋਂ ਲੈ ਕੇ 21 ਤੱਕ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਸ ਬਿੱਲ 'ਚ। ਸ਼੍ਰੋਮਣੀ ਅਕਾਲੀ ਦਲ ਨੇ ਇਨਸਾਫ ਉਦੋਂ ਜੇ ਕਰਤਾ ਹੁੰਦਾ ਨਾ ਤਾਂ ਸ਼ਾਇਦ 5 ਸਾਲ ਤੁਸੀਂ ਕਰਤਾ, ਤੁਸੀਂ 5 ਸਾਲ ਕਰਤਾ। ਕਾਂਗਰਸ ਨੇ ਜਿਹੜੇ ਗੁਟਕਾ ਸਾਹਿਬ ਹੱਥ ਰੱਖ ਕੇ ਉਹ ਤੇ ਹਲੇ ਤੱਕ ਨਹੀਂ ਹੋਇਆ, ਉਹ ਤੇ ਹਲੇ ਤੱਕ ਵੀ ਨਹੀਂ ਹੋਇਆ। ਔਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਡਿਫੈਂਡ ਕੌਣ ਕਰ ਰਿਹਾ? ਖਡਿਆਲ ਸਾਹਿਬ ਫਰੀਦਕੋਟ ਦੀ ਕੋਰਟ ਦੇ ਵਿੱਚ ਕੌਣ ਕਰ ਰਿਹਾ? ਖਡਿਆਲ ਸਾਹਿਬ ਤੁਸੀਂ ਉਹ ਕਰਦੇ ਹੋ, ਉਹਨਾਂ ਨੂੰ ਦੋਸ਼ੀਆਂ ਨੂੰ ਡਿਫੈਂਡ। ਹੁਣ ਮੈਂ ਆਵਾਂ ਉਸ ਗੱਲ ਤੇ ਫਿਰ ਸੰਗੇੜਾ ਸਾਹਿਬ ਕੌਣ ਉੱਥੇ ਮੁਜਰਮਾਂ ਦਾ ਵਕੀਲ ਫਰੀਦਕੋਟ ਦੀ ਅਦਾਲਤ ਦੇ ਵਿੱਚ? ਸੰਗੇੜਾ ਸਾਹਿਬ ਖਡਿਆਲ ਸਾਹਿਬ ਵਕੀਲ ਨੇ ਉੱਥੇ। ਮੈਂ ਇੱਕੋ ਹੀ ਲਾਈਨ ਬੋਲਣੀ ਆ, ਇੱਕੋ ਹੀ ਲਾਈਨ ਬੋਲਣੀ ਹੈ। ਠੀਕ ਹੈ, ਬਾਅਦ ਇਹਨਾਂ ਨੇ ਰੌਲਾ ਪਾ ਲੈਣਾ, ਸਖਤ ਬਹੁਤ ਡਰਦੇ ਨੇ ਇਹ। ਆਖਰੀ ਮੈਂ ਕਹਿੰਦਾ ਸਪੀਕਰ ਸਾਹਿਬ ਵਰਗਾ ਬੰਦਾ ਤੁਸੀਂ ਲੱਭ ਕੇ ਦਿਖਾ ਲਓ, ਭਗਵੰਤ ਮਾਨ ਸਾਹਿਬ ਵਰਗਾ ਓਨੈਸਟ ਮੁੱਖ ਮੰਤਰੀ ਲੱਭ ਕੇ ਦਿਖਾਓ। ਔਰ ਜਿਨ੍ਹਾਂ ਨੇ 10 ਸਾਲ 'ਚ ਲੋਕਾਂ ਨਾਲ ਇਨਸਾਫ ਨਹੀਂ ਕੀਤਾ, 5 ਸਾਲ 'ਚ ਦੂਜਿਆਂ ਨੇ ਲੋਕਾਂ ਨਾਲ ਇਨਸਾਫ ਨਹੀਂ ਕੀਤਾ, ਲੁੱਟ ਕੇ ਪੰਜਾਬ ਨੂੰ ਖਾਧਾ, ਉਹ ਸਾਡੇ ਮੁੱਖ ਮੰਤਰੀ ਤੇ ਸਾਡੇ ਜਿਹੜੇ ਓਨੈਸਟ ਸਪੀਕਰ ਸਾਹਿਬ ਸਾਰਿਆਂ ਨੂੰ ਪਸੰਦ ਨੇ, ਉਹਨਾਂ ਤੇ ਉਂਗਲਾਂ ਚੱਕ ਰਹੇ ਆ। ਇਨਸਾਫ ਦੇਵਾਂਗੇ ਬੇਅਦਬੀਆਂ ਦਾ, ਇਹੀ ਸਰਕਾਰ ਦਊਗੀ। ਜਿਨ੍ਹਾਂ ਨੇ 8 ਮਹੀਨੇ ਹੋਏ ਆ, 8 ਮਹੀਨਿਆਂ ਤੇ ਇੰਨਾ ਹੱਲਾ ਗੁੱਲਾ ਕਰ ਰਹੇ ਆ, ਇਹ 15 ਸਾਲ ਕੁਝ ਨਹੀਂ ਕੀਤਾ ਇਹਨਾਂ ਨੇ। ਭਗਵੰਤ ਮਾਨ ਸਾਹਿਬ ਦੀ ਸਰਕਾਰ ਕਮਿਟਡ ਹੈ ਔਰ ਇਨਸਾਫ ਹੋਏਗਾ। ਦੋਸ਼ੀ ਜੇਲ੍ਹਾਂ 'ਚ ਜਾਣਗੇ, ਚਾਹੇ ਉਹ ਸਧਾਰਨ ਬੰਦੇ ਹੋਣ, ਚਾਹੇ ਮੰਤਰੀ ਹੋਣ, ਚਾਹੇ ਸੰਤਰੀ ਹੋਣ, ਜੇਲ੍ਹਾਂ 'ਚ ਜਾਣਗੇ।
ਛੋਟਾ ਜਿਹਾ ਸਬਮਿਸ਼ਨ ਕਰ ਸਕਦੇ ਮੈਂ ਫਿਰ ਸੰਘੇੜਾ ਸਾਹਿਬ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਸਪੀਕਰ ਸਾਹਿਬ ਦੀ ਜਵਾਬਦੇਹੀ ਸਪੀਕਰ ਸਾਹਿਬ ਤਾਂ ਖੁਦ ਗਏ ਸੀ ਉੱਥੇ ਸਪੀਕਰ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਅਸਤੀਫਾ ਦੇਣ ਨੂੰ ਨਹੀਂ ਉਹਨਾਂ ਦੀ ਭਾਵਨਾ ਮਾਇਆ ਸੀ ਉਹਨਾਂ ਦੀ ਭਾਵਨਾ ਮਾਇਆ ਸੀ ਇੱਕ ਮਿੰਟ ਬਚਿਆ ਤੁਹਾਡੇ ਅਰਗੇ ਇੱਕ ਮਿੰਟ ਬਚਿਆ ਸ਼ੋਰ ਮਚਾਉਣ ਦਾ ਫਾਇਦਾ ਨਹੀਂ ਤੁਹਾਡੇ ਅਰਗੇ ਇੱਕ ਮਿੰਟ ਬਚਿਆ ਸ਼ੋਰ ਮਚਾਉਣ ਦਾ ਫਾਇਦਾ ਨਹੀਂ ਉਹਨਾਂ ਦੀ ਧਾਰਮਿਕ ਭਾਵਨਾ ਮਾਇਆ ਕਾਨੂੰਨ ਨੂੰ ਬਦਲਣਾ ਤੁਹਾਨੂੰ ਲੈ ਆਈਏ ਮੋਰੇ ਹੁਣ ਕਿਉਂ ਨਹੀਂ ਹੋ ਰਹੀ ਤੁਹਾਡੇ ਮੂੰਹ ਚੋਂ ਇਹ ਗੱਲ ਨਿਕਲਦੀ ਚੰਗੀ ਨਹੀਂ ਲੱਗਦੀ ਤੁਸੀਂ ਦੱਸੋ ਫਿਰ ਲੋਕਾਂ ਨੂੰ ਉਦੋਂ ਹੀ ਬਣਾਉਂਦੇ ਹੋ ਜੇ ਕਿਹਾ ਮੇਰੇ ਕੋਲ ਸਮਾਂ ਨਹੀਂ ਬਚਿਆ ਜ਼ਰੂਰੀ ਗੱਲ ਹੈ